ਇਹ ਵਿਤਕਰਾ ਸਿਰਫ ਖਾਣ ਪੀਣ ਜਾਂ ਰਹਿਣ ਤੱਕ ਹੀ ਸੀਮਤ ਨਹੀਂ ਸੀ। ਅਛੂਤ ਸਮਝੇ ਜਾਂਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਤੋਂ ਨਿਸ਼ਚਿਤ ਦੂਰੀ ਬਣਾ ਕੇ ਰਹਿਣਾ ਪੈਂਦਾ ਸੀ। मैडम साड़ी क्लास में एक अछूत है, अनटचेबल। प्लीज कीप क्वाइट, चुप हो जाओ। ਇਹਦੇ ਨੇੜੇ ਨਾ ਜਾਓ ਟੀਚਰ, ਇਹਨੂੰ ਏਡਸ ਹੈ। मैम ਇਹਦੇ ਡੈਡੀ ਦੀ ਡੈਥ ਵੀ ਏਡਜ਼ ਨਾਲ ਹੋਈ ਹੈ, ਤੇਰੇ ਮੰਮੀ ਨੂੰ ਵੀ ਏਡਜ਼ ਹੈ। मैडम डॉक्टर कहते मैनू एड्स नहीं है। ਤੂੰ ਵੀ ਤਾਂ ਉਸੇ ਘਰ 'ਚ ਰਹਿਣਾ, ਉਸੇ ਮੰਮੀ ਦੇ ਹੱਥ ਦੀ ਪੱਕੀ ਰੋਟੀ ਖਾਣਾ। ਆਰ ਯੂ ਸ਼ੋਰ ਕਿ ਇਹਨੂੰ ਏਡਜ਼ ਹੈ? ਇਹ ਇੱਕੋ ਘਰ ਵਿੱਚ ਰਹਿਣ ਨਾਲ ਜਾਂ ਏਡਜ਼ ਦੇ ਪੇਸ਼ੈਂਟ ਦੇ ਹੱਥਾਂ ਦਾ ਬਣਿਆ ਖਾਣਾ ਖਾਣ ਨਾਲ ਏਡਜ਼ ਹੋ ਜਾਂਦੀ ਹੈ? ਦੂਜੀ ਗੱਲ, ਜੇ ਇਹਨੂੰ ਏਡਜ਼ ਹੈ ਤਾਂ ਕੀ ਇਹ ਅਛੂਤ ਹੋ ਗਿਆ? ਆਈ ਡੋਂਟ ਨੋ ਟੀਚਰ, ਸਾਡੇ ਪੇਰੈਂਟਸ ਨੇ ਇਸ ਨਾਲ ਖਾਣਾ ਪੀਣਾ ਉੱਠਣਾ ਬੈਠਣਾ ਸਭ ਬੰਦ ਕੀਤਾ ਹੈ। ਬੇਟੇ ਤੁਸੀਂ ਨਹੀਂ, ਸਾਡੇ ਸਮਾਜ ਵਿੱਚ ਪਸਰਿਆ ਅੰਧ ਵਿਸ਼ਵਾਸ, ਅਗਿਆਨਤਾ ਅਤੇ ਪੈਦਾ ਹੋਈਆਂ ਗਲਤ ਧਾਰਨਾਵਾਂ ਇਸ ਲਈ ਜ਼ਿੰਮੇਵਾਰ ਨੇ। ਸਾਡਾ ਸੋਸ਼ਲ ਸਟਰਕਚਰ, ਅਸੀਂ ਸਾਰੇ ਇਸ ਲਈ ਰਿਸਪੌਂਸਿਬਲ ਹਾਂ। ਮੈਂ ਤੁਹਾਡੇ ਨਾਲ ਇੱਕ ਅਜਿਹਾ ਹੀ ਇਨਸੀਡੈਂਟ ਸ਼ੇਅਰ ਕਰਦੀ ਹਾਂ। ਫਰਕ ਸਿਰਫ ਇੰਨਾ ਸੀ ਕਿ ਉਹ ਬੱਚੇ ਛੋਟੇ ਸਨ, ਉਹਨਾਂ ਦੀਆਂ ਸ਼ਰਾਰਤਾਂ ਵੀ ਇਨਸੂਮ ਸਨ। ਬੱਚਿਓ ਇੱਧਰ ਆਓ। ਬੇਟੇ ਤੁਸੀਂ ਵੀ ਇੱਧਰ ਆਓ। ਓਏ ਮੈਡਮ ਬੁਲਾ ਰਹੇ ਨੇ। ਬੜੇ ਸ਼ਰਾਰਤੀ ਹੋ। ਕੀ ਨਾਂ ਰੱਖਿਆ ਆਸ਼ੂ? HIV+ HIV+। ਇਹਨੂੰ ਏਡਸ ਹੈ, ਕਹਿੰਦੇ ਨੇ ਇਹਨੇ ਮਰ ਜਾਣਾ ਹੈ। ਮੇਰੇ ਮੰਮੀ ਪਾਪਾ ਬਿਮਾਰ ਨੇ, ਕਹਿੰਦੇ ਨੇ ਉਹਨਾਂ ਨੇ ਮਰ ਜਾਣਾ ਹੈ। ਸਾਰੇ ਕਹਿੰਦੇ ਮੈਂ ਵੀ ਮਰ ਜਾਣਾ ਹੈ। ਟੀਚਰ ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦਾ। थोड़ी दवाई पई है करे, बुखार दा तां ठीक है पर जड़ी खंघ नहीं, मैं कहा शायद कोई पई होवे तां। दवाई कित्थों लिया के देवां तैनूं मैं दवाई? जो कुछ सी सारा कुछ वेच वट के तेरे इलाज ते ला दिता। बस हुण तां अपना आप वेचना बाकी है। पर मैनू मैनू तां तो विकड़ जोगी भी नहीं छड्डिया मेरिया, विकड़ जोगी भी नहीं छड्डिया। बस थोड़ा जा सब्र करो, सदा लई छुटकारा हो जाना। थोड़े चिर तक क्यों, मैं तां सुखा सुखदी हां भई अज ही हो जावे तेरा छुटकारा। तेरा छुटकारा तां हो जू, पर जेड़ी दोजक दी अग विच तू सानू झोंक चलिया ओदे बारे
ਬਾਰੇ ਵੀ ਕਦੇ ਸੋਚਿਆ ਤੂੰ? ਕੀਤਾ ਕਰਜ਼ਾ ਚੁੱਕ ਕੇ ਤੈਨੂੰ ਦੁਬਈ ਭੇਜਿਆ ਸੀ, ਸੋਚਿਆ ਸੀ ਆਪਣੇ ਅਰਮਾਨਾਂ ਦੀ ਬਲੀ ਦੇ ਕੇ ਇਸ ਘਰ ਦੀ ਗਰੀਬੀ ਕੱਢ ਸੁੱਟਾਂਗੀ, ਤੇ ਤੂੰ ਉੱਤੇ ਪਤਾ ਨਹੀਂ ਕੀ ਖੇ ਖਾਂਦਾ ਰਿਹਾ। ਨਾ ਮੈਨੂੰ ਦੱਸ ਤਾਂ ਸਹੀ, ਇਹ ਨਾ ਮੁਰਾਦ ਬਿਮਾਰੀ ਲੈਣ ਲਈ ਮੈਂ ਤੇਰਾ ਪੱਲਾ ਫੜਿਆ ਸੀ। ਬਸ ਕੀਤਾ, ਬਸ ਬਸ ਹੁਣ ਹੋਰ ਨਹੀਂ ਕੀਤਾ, ਬਸ। ਤੂੰ ਸੁਣ ਵੀ ਨਹੀਂ ਸਕਦਾ, ਤੇ ਅਸੀਂ ਮਾਂ ਪੁੱਤ ਜੋ ਹੰਡਾ ਰਹੇ ਆ ਉਹਦੇ ਬਾਰੇ ਵੀ ਕਦੇ ਸੋਚਿਆ ਤੂੰ? ਜਦੋਂ ਮੇਰਾ ਲੱਕੀ ਆ ਗਿਆ ਮੇਰਾ ਬੇਟਾ। ਮੰਮੀ ਮੈਂ ਸੱਚੀ ਮਰ ਜਾਣਾ ਹੈ। ਸਾਰੇ ਕਹਿੰਦੇ ਆ। ਕੌਣ ਕਹਿੰਦਾ ਬੇਟੇ? ਐਵੇਂ ਲੋਕੀ ਭੌਂਕਦੇ ਨੇ। ਕਿਹੜੇ ਕਸੂਰ, ਕਿਹੜੇ ਪਾਪਾਂ ਦੀ ਸਜ਼ਾ ਦੇ ਰਿਹਾ ਸਾਨੂੰ ਤੂੰ? ਤੇਰੀ ਗਲਤੀ ਦੀ ਸਜ਼ਾ ਤੇਰਾ ਇਹ ਬੱਚਾ ਭੁਗਤ ਰਿਹਾ ਹੈ। ਦੇਖ ਤੂੰ ਕੀ ਦੇ ਕੇ ਜਾ ਰਿਹਾ ਆਪਣੇ ਬੱਚੇ ਨੂੰ। ਲੋਕ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇਣ ਲਈ ਪਾਲਦੇ ਨੇ, ਮੈਂ ਆਪਣੇ ਬੱਚੇ ਨੂੰ ਮੌਤ ਦੇਣ ਲਈ ਪਾਲ ਰਹੀ ਹਾਂ। ਮੈਨੂੰ ਮਾਫ ਕਰ ਦੋ ਗੀਤਾ, ਮੈਨੂੰ ਮਾਫ ਕਰ ਦੋ। ਮਾਫ? ਹਰ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ ਸੁਭਾਸ਼। ਆਪਣੇ ਲਈ ਤਾਂ ਮੌਤ ਮੰਗੀ ਜਾਣਾ। ਕਿਸੇ ਨਾ ਕਿਸੇ ਦਿਨ ਮੈਨੂੰ ਵੀ ਆਪਣੇ ਪਿੱਛੇ ਲੈ ਜਾਵੇਗਾ। ਪਰ ਕਦੇ ਸੋਚਿਆ ਕਿ ਸਾਡੇ ਜਾਣ ਤੋਂ ਬਾਅਦ ਇਸ ਮਾਸੂਮ ਨੂੰ ਕੌਣ ਸੰਭਾਲੇਗਾ? ਕੌਣ ਸੰਭਾਲੇਗਾ? सोच के देख, सोच के देख। कदे कदे तो दिल करता कि हो जाए जिंदगी नालों आत्महत्या कर लवा, पर फिर ये सोच के रह जानी कि इसदा कल तो धुंधला है ही, फिर अज क्यों हनेरा करा? अपने बच्चे लिए जीवन का फिक्र मैनू दिनों दिन मौत के होर करीब लिया जा रहा। सिर ते हाथ रखने का मतलब भी जानदा तू? बस कीता, रब दे वास्ते बस कर, बस कर, बस कर कीता। नहीं सुभाष, सुनना तो तेनू पएगा। मर तो असीं तिन्हां ने जाना, पर जे कुछ कहे बिना मैं मर गई, जे कुछ सुने बिना तू मर गया, तो मेरे दिल नू चैन नहीं आना। तू मैनू यह तो दस कि साडे मरन तो बाद इस मासूम नू किस दे सहारे छड्ड के जाना है? तू की जवाब देवेगा? तू तो बस रब तो मौत मंग, साडी किस्मत च जो होवेगा हो भी वेखी जाऊगी। देख मेरा बेटा, मेरे मरन तो बाद हमेशा उन्हां दा कहना मन्नी, उन्हां तो कोई चीज ना मंगी मेरा पुत्र। जे कदे ਮੰਮਾ ਤੁਹਾਨੂੰ ਵੀ ਉਵੇਂ ਜਲਾਣਗੇ ਜਿਵੇਂ ਪਾਪਾ ਨੂੰ ਜਲਾਇਆ ਸੀ। ਹਾਂ ਮੰਮਾ। ਮੰਮਾ ਜਦੋਂ ਮੇਰਾ ਤੁਹਾਨੂੰ ਮਿਲਣ ਦਾ ਦਿਲ ਕੀਤਾ ਤਾਂ ਕਿੱਥੇ ਮਿਲਿਆ ਕਰੋਗੇ?
ਲੱਕੀ ਕਈ ਦਿਨ ਸਕੂਲ ਨਹੀਂ ਆਇਆ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਉਸ ਦੇ ਮੰਮੀ ਪਾਪਾ ਦੀ ਡੈਥ ਤੋਂ ਬਾਅਦ ਉਸ ਨੂੰ ਕਿਸੇ ਨੇ ਗੋਦ ਲੈ ਲਿਆ। ਇਹ ਜਾਣਦੇ ਹੋਏ ਵੀ ਕਿ ਲੱਕੀ HIV ਪੋਜ਼ਿਟਿਵ ਹੈ। ਮੈਂ ਹੈਰਾਨ ਹੋਈ, ਕਿਸੇ ਤਰ੍ਹਾਂ ਉਸ ਘਰ ਤੱਕ ਪਹੁੰਚ ਗਈ। ਤੁਹਾਡੇ ਘਰ ਵੱਲ ਗਈ ਤਾਂ ਪਤਾ ਲੱਗਾ ਕਿ ਤੁਸੀਂ ਇਨ-ਲॉज ਵੱਲ ਗਏ ਹੋ। ਬੜੀ ਚੀਜ਼ ਸੀ ਇੱਥੇ ਆਉਣ ਤੋਂ ਪਹਿਲਾਂ ਰੋਹਿਤ ਜੀ ਕਿ ਬਿਨ ਬੁਲਾਏ ਮਹਿਮਾਨ ਬਣ ਕੇ ਜਾ ਰਹੀ ਹੈ, ਪਰ ਰਹਿ ਨਹੀਂ ਸਕੀ। ਲੱਕੀ ਨਾਲ ਮੇਰੀ ਇੱਕ ਸਾਂਝ ਬਣ ਗਈ ਹੈ ਜਿਸ ਨੂੰ ਮੈਂ ਕੋਈ ਨਾਮ ਤੇ ਨਹੀਂ ਦੇ ਸਕਦੀ, ਬਸ ਸਿਰਫ ਇੱਕ ਸਾਂਝ ਹੈ। ਬਹੁਤ ਜੀਨੀਅਸ ਬੱਚਾ ਹੈ। ਜਦੋਂ ਪਤਾ ਲੱਗਾ ਤੁਸੀਂ ਉਸ ਦਾ ਸਕੂਲ ਬਦਲ ਦਿੱਤਾ ਤਾਂ ਜੀ ਮਿਸਿਸ ਨੰਦਾ, ਸਾਡੇ ਸਮਾਜ ਵਿੱਚ HIV ਪੋਜ਼ਿਟਿਵ ਜਾਂ AIDS ਦੇ ਪੇਸ਼ੈਂਟ ਨੂੰ ਜਿਸ ਨਜ਼ਰ ਨਾਲ ਵੇਖਿਆ ਜਾਂਦਾ ਨਾ, ਉਹ ਇਨਸਾਨ ਮੌਤ ਤੋਂ ਪਹਿਲੇ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰੀ ਮਰਦਾ ਹੈ। ਕਿਸੇ ਹੋਰ ਦੇ ਜਾਂ ਮਾਂ-ਬਾਪ ਦੇ ਪਾਪਾ ਦੀ ਸਜ਼ਾ ਹੰਢਾ ਰਿਹਾ ਬੱਚਾ ਤਾਂ ਪਹਿਲਾਂ ਹੀ ਜ਼ੁਲਮ ਦਾ ਸ਼ਿਕਾਰ ਹੁੰਦਾ। ਫਿਰ ਅਸੀਂ ਉਸ ਦਾ ਮਜ਼ਾਕ ਉਡਾ ਕੇ ਉਸ ਨੂੰ ਜ਼ਲੀਲ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹਾਂ? ਅਸੀਂ ਲੱਕੀ ਦੇ ਦਰਦ ਨੂੰ ਸਮਝ ਸਕਦੇ ਹਾਂ ਕਿਉਂਕਿ ਅਸੀਂ ਦੋਵੇਂ ਇਸ ਦਰਦ ਨੂੰ ਖੁਦ ਹੰਢਾ ਚੁੱਕੇ ਹਾਂ। ਕੀ ਤੁਸੀਂ ਦੋਵੇਂ ਵੀ? ਬੜੀ ਟੇਢੀ ਕਹਾਣੀ ਹੈ। ਮੈਂ ਆਪਣੀ ਗਲਤ ਹਰਕਤਾਂ ਦਾ ਸ਼ਿਕਾਰ ਹੋਇਆ ਤੇ ਸ਼ੈਲੀ ਮੇਰੇ ਪੈਦਾ ਕੀਤੇ ਹੋਏ ਹਾਲਾਤਾਂ ਦੀ। ਅਸੀਂ ਬੱਚਿਆਂ ਨਾਲ ਆਪਣਾ ਪਿਆਰ ਐਕਸਚੇਂਜ ਨਹੀਂ ਕਰਦੇ, ਬਲਕਿ ਆਪਣਾ ਪਿਆਰ ਉਹਨਾਂ ਤੇ ਥੋਪਦੇ ਹਾਂ। ਉਹਨਾਂ ਨੂੰ ਸੋਚਣਾ ਨਹੀਂ ਸਿਖਾਉਂਦੇ, ਬਲਕਿ ਆਪਣੀ ਵਿਊਜ਼, ਆਪਣੀ ਸੋਚ ਉਹਨਾਂ ਤੇ ਮੜਦੇ। ਉਹਨਾਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਦੀ ਦੌੜ ਵਿੱਚ ਲੱਗੇ ਉਹਨਾਂ ਦੇ ਅੱਜ ਨੂੰ ਹਨੇਰਾ ਕਰਦੇ। ਉਹਨਾਂ ਨੂੰ ਜਿਉਣਾ ਸਿਖਾਉਣ ਦੀ ਬਜਾਏ ਸਮੇਂ ਦੇ ਹਰ ਸੱਚ, ਹਰ ਠੋਕਰ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਿੱਖਣ ਦੇ ਦਿਨ ਅਚੇਤ ਹੀ ਨਿਕਲ ਜਾਂਦੇ ਆ ਤੇ ਜਦੋਂ ਇਨਸਾਨ ਜਾਗਦਾ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। Teacher, can we meet them? Mr. Rohit and Mrs. Shelly. ਪੇਰੈਂਟਸ ਦਾ ਇਕੱਲਾ ਪੁੱਤਰ ਸਾਂ ਮੈਂ, ਖੁੱਲਾ ਖਰਚਾ ਪਾਣੀ। ਆਪਣੇ ਬੇਟੇ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣ ਦੇ ਸੁਪਨੇ ਸਜਾਈ ਬੈਠੇ ਮੰਮੀ ਡੈਡੀ ਦਿਨ ਰਾਤ ਪੈਸੇ ਕਮਾਉਣ ਵਿੱਚ ਜੁਟੇ ਰਹੇ। ਅੰਤ ਦਾ ਲਾਡ ਪਿਆਰ ਤਾਂ ਮਿਲਿਆ ਪਰ ਕੋਈ ਸਾਂਝ ਨਾ ਬਣ ਪਾਈ। ਮੈਂ ਉਹ ਲੋਕਰ ਸੀ ਜਿਸ ਵਿੱਚ ਮੰਮੀ ਡੈਡੀ ਦੀ ਸਾਰੀ ਪੂੰਜੀ ਬੰਦ ਸੀ। ਸਕੂਲ ਦੀ ਸਟੱਡੀ ਖਤਮ ਹੋ ਗਈ ਤੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਹਮੇਸ਼ਾ ਇਸੇ ਸਵਾਲ ਦਾ ਜਵਾਬ ਲੱਭਦਾ ਰਿਹਾ ਕਿ ਮੇਰੇ ਅੰਦਰ ਆਪਣਾ ਕੀ ਹੈ। ਹਰ ਵੇਲੇ ਆਪਣੇ ਅੰਦਰ ਇੱਕ ਖਾਲੀਪਨ, ਇੱਕ ਖਲਾ ਜਿਹਾ ਮਹਿਸੂਸ ਹੁੰਦਾ। ਇਸ ਖਲਾ ਨੂੰ ਭਰਨ ਲਈ ਸਾਥ ਦੀ ਤਲਾਸ਼ ਕੀਤੀ। ਅਜਿਹੇ ਦੋਸਤਾਂ ਦੀ ਸੰਗਤ ਵਿੱਚ ਪੈ ਗਿਆ ਜਿਨ੍ਹਾਂ ਦੀ ਗੱਲਬਾਤ, ਜਿਨ੍ਹਾਂ ਦੀ ਸੋਚ ਤੇ ਹਰ ਵੇਲੇ ਕੁੜੀਆਂ ਸਵਾਰ ਰਹਿੰਦੀਆਂ। ਪਹਿਲੀ ਵਾਰ ਅਹਿਸਾਸ ਹੋਇਆ ਕਿ ਹੁਣ ਮੈਂ ਬੱਚਾ ਨਹੀਂ ਹਾਂ ਤੇ ਔਰਤ ਦਾ ਸਿਰਫ ਉਹੀ ਰੂਪ ਨਹੀਂ ਹੁੰਦਾ ਜੋ ਹੁਣ ਤੱਕ ਮੈਂ ਆਪਣੀ ਮੰਮੀ ਵਿੱਚ ਦੇਖਦਾ ਹਾਂ। ਔਰਤ ਦਾ ਇਹ ਦੂਜਾ ਰੂਪ ਦਿਖਾਉਣ ਲਈ ਉਹ ਦੋਸਤ ਮੇਰੇ ਗਾਈਡ, ਮੇਰੇ ਰਹਿਬਰ ਬਣ ਗਏ ਜੋ ਖੁਦ ਹਨੇਰੇ ਵਿੱਚ ਰੋਸ਼ਨੀ ਤਲਾਸ਼ਦੇ ਹੋਏ ਭਟਕ ਰਹੇ ਸੀ। ਦੇਖਿਆ ਕਿੰਨਾ ਘੈਂਟ ਹੈ। ਰਾਤ 1:30 ਵਜੇ ਸਿਮੀ ਨੇ ਭੇਜਿਆ ਸੀ, ਆਪਾਂ ਚੱਕ ਕੇ ਪੂਜਾ ਨੂੰ ਫਾਰਵਰਡ ਕਰਤਾ। ਉਹ ਆਪਣੇ ਕਾਲਜ ਵਾਲੀ ਦੀਪਤੀ ਨਹੀਂ ਲੱਗਦੀ? ਮੈਨੂੰ ਵੀ ਫਾਰਵਰਡ ਕਰ ਦੇ। ਕਿ ਤੇਰੇ ਪਾਸ ਸਮਾਰਟਫੋਨ ਨਹੀਂ ਹੈ ਅੰਕਲ। ਮੈਂ ਨਾ ਤੇਰਾ ਕਲਿੱਪ ਬਣਾ ਕੇ ਫਾਰਵਰਡ ਕਰ ਦੇਣਾ। ਸੋਲਿਆ ਸੁਣਿਆ ਮੰਮਾ ਨੇ ਲੈ ਕੇ ਦਿੱਤਾ 20 GB ਮੈਮਰੀ, ਕਿਆ ਘੈਂਟ ਸਾਊਂਡ ਤੇ ਪਿਕਚਰ ਕੁਆਲਿਟੀ। ਭੂਤਨੀ ਦੇ ਆ ਤੂੰ ਇੱਥੇ ਬੈਠਾ, ਅਸੀਂ ਸਾਰਾ ਕਾਲਜ ਛਾਣ ਮਾਰਿਆ। ਇਹ ਕਹਿੰਦਾ ਮੈਂ ਪਾਣੀ 'ਚ ਨਹੀਂ ਵੜਨਾ, ਕਿਤਾਬਾਂ ਪੜ੍ਹ ਕੇ ਸਵਿਮਿੰਗ ਸਿੱਖ ਲੈਣੀ ਆ। ਆਜਾ ਤੈਨੂੰ ਡੂੰਘੇ ਸਮੁੰਦਰਾਂ 'ਚ ਤਾਰੀਆਂ ਲਵਾਈਏ, ਨਾਲੇ ਸਮਾਜ ਝੂਟਣਾ ਸਿਖਾਈਏ।
ਆਇਆ ਚੱਲ ਅੱਧੀ ਸੈਰ ਰਹਿ ਗਈ ਤੈਨੂੰ। ਚੱਲ ਸੁਣ ਘੰਟ ਮਾਲਾ ਚੱਲੀਏ। ਉਹ ਨਹੀਂ ਯਾਰ ਤੁਸੀਂ ਜਾਓ ਯਾਰ, ਮੈਂ ਨਾ ਕਿਹਾ ਸੀ ਨਾ ਮੈਂ ਤੈਨੂੰ, ਤੂੰ ਚੱਲ ਯਾਰ। ਰਮਨ ਯਾਰ ਮੈਨੂੰ ਨਾ ਡਰ ਲੱਗਦਾ ਯਾਰ, ਅਸਲ 'ਚ ਪਹਿਲੀ ਵਾਰੀ। ਹੁਣ ਤੱਕ ਪਹਿਲੀ ਵਾਰੀ ਉਹ ਇਸ ਮੁਲਕ ਜਾਣ ਦੇ 20 ਸਾਲ ਆਈ ਬਰਬਾਦ ਕਰਤੇ। ਧਰਮਰਾਜ ਨੂੰ ਜਾ ਕੇ ਕੀ ਜਵਾਬ ਦੇਗਾ? ਮਿਸਟਰ रोहित, इंसान अपनी जिंदगी 'ਚ हर काम कदे ना कदे पहली बारी करता है। कल करे सो आज कर, आज करे सो अब। क्यों भाई? ਨਾਲੇ ਮਾਲ ਦੇਖੀ ਤੂੰ ਕਿੰਨਾ ਘੈਂਟ ਆ। हाँ चल आ जा। ਉਹ ਯਾਰ ਮੇਰਾ ਨਾ ਦਿਲ ਘਬਰਾਉਂਦਾ ਯਾਰ, ਜੇ ਮੇਰੇ ਤੋਂ ਨਾ ਕੁਝ ਹੋਇਆ ਫਿਰ। तू चलता सही यार। हाँ यार किहड़े वेले काम आउणगे। ਸਮੱਸਿਆ ਦਾ ਹੱਲ बस तू अपना आप संभाली, बाकी सारा कोई तब शांति ने आप ही देख लेना। ਉਹ ਆ ਖੜਾ ਸਾਲਾ ਛੱਕਾ। चल चल आ जा। ਸੰਦੀਪ ਅੱਜ ਗੱਲ ਜੀ ਨਹੀਂ ਬਣੀ ਕਿ ਨਹੀਂ? ਤੂੰ ਸਾਲੀ ਖੱਚਰੇ ਕੁਝ ਕਰਨਾ ਕਰਾਉਣਾ ਤਾਂ ਹੁੰਦਾ ਨਹੀਂ, ਫਿਰ ਐਵੇਂ ਹੀ ਇਹ ਇੱਥੇ ਕੀ ਕਰਨਾ ਹੁੰਦਾ ਹੈ? ਤੇ ਤੋਂ ਟਿਪਸ ਲੈਣ। ਇਹਦਾ ਵੀ ਇਹੀ ਪ੍ਰੋਫੈਸ਼ਨ ਹੈ ਨਾ। ਚੱਲ ਹੁਣ ਇਹ ਬਾਜਿਆਂ ਵਾਲੇ ਲੈ ਕੇ ਆਵਾਂ। ਯਾਰ ਤੁਸੀਂ ਪਹਿਲਾਂ ਬਾਹਰ ਜਾਓ। ਕਿਉਂ ਸਾਡੀ ਵਾਰੀ ਗਿਆ ਸੀ, ਹੁਣ ਇਹਨੂੰ ਸਾਲੇ ਨੂੰ ਸ਼ਰਮ ਆਉਂਦੀ ਆ। ਸਾਰਾ ਜੇ ਡਬਲ ਡੋਜ਼ ਲੈ ਕੇ ਵੀ ਕੰਮ ਨਾ ਬਣਿਆ, ਅੱਲਾਹ ਤਾਂ ਤੇਰੇ ਤੇ। ਚੱਲ ਯਾਰ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ, ਮੈਂ ਰੋਹਿਤ ਨਾਲ ਗੱਲ ਕਰਾਂਗੀ। ਸਾਰੀ ਦੁਨੀਆ ਜਿਹੀ ਹੋ ਸਕਦੀ ਹੈ, ਪਰ ਮੇਰਾ ਰੋਹਿਤ ਨਹੀਂ। ਨਵਾਂ 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 ਮੈਂ ਰੋਹਿਤ ਦਾ ਦੁਸ਼ਮਣ ਨਹੀਂ ਆ। ਘਰੋਂ ਗਾਇਬ ਹੁੰਦੇ ਪੈਸੇ, ਉਹਦਾ ਦੇਰ ਨਾਲ ਘਰ ਆਉਣਾ, ਸਾਰਾ ਦਿਨ ਕਮਰੇ 'ਚ ਬੰਦ ਰਹਿਣਾ ਤੇ ਪੜ੍ਹਾਈ 'ਚ ਪਛੜਨਾ, ਸਭ ਦੇਖ ਰਿਹਾ ਵਾਂ ਤੇ ਬਰਦਾਸ਼ਤ ਵੀ ਕਰ ਰਿਹਾ। ਪਰ ਹੁਣ ਉਹਦੀ ਜੇਬ ਵਿੱਚੋਂ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਨਿਕਲਣਾ। ਨਹੀਂ ਨਹੀਂ ਠੀਕ ਆਪਾਂ ਕਿੰਨੀ ਦੇਰ ਤੱਕ ਬਰਦਾਸ਼ਤ ਕਰਾਂਗੇ? ਤੂੰ ਕਿੰਨੀ ਦੇਰ ਤੱਕ ਅੱਖਾਂ ਮੀਟ ਰੱਖੇਂਗੀ? ਤੂੰ ਕੁਝ ਨਹੀਂ ਕਹਿਣਾ ਉਹਨਾਂ, ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਤੁਸੀਂ ਉਹਨੂੰ ਕੁਝ ਨਹੀਂ ਕਹਿਣਾ। ਮੈਂ ਆਪੇ ਉਸ ਨਾਲ ਗੱਲ ਕਰ ਲਾਂਗੀ, ਤੁਹਾਨੂੰ ਮੇਰੀ ਸੌਂ। ਧੋਖਾ ਹਮੇਸ਼ਾ ਉੱਥੇ ਹੁੰਦਾ ਹੈ ਜਿੱਥੇ ਵਿਸ਼ਵਾਸ ਹੋਵੇ। ਨਵਾਂ ਤੂੰ ਫਿਕਰ ਨਾ ਕਰ, ਪਰ ਇੱਕ ਵਾਰੀ ਮੈਨੂੰ ਨਾ ਗੱਲ ਕਰਨ ਦੇ। रोहित बेटा, ਤੁਸੀਂ ਉਸ ਨੂੰ ਕੁਝ ਨਹੀਂ ਕਹਿਣਾ। ਓਕੇ ਓਕੇ ਮੈਂ ਆਪੇ ਗੱਲ ਕਰ ਲਾਂਗੀ। ਠੀਕ ਹੈ ਠੀਕ। रोहित बेटा, ਰੱਬ ਦਾ ਵਾਸਤਾ ਤੁਸੀਂ ਕੁਝ ਨਾ ਕਿਹਾ ਜੇ। ਤੁਸੀਂ ਨਹੀਂ,
ਬੇਟਾ ਜੀ ਗਲਤ ਸੁਸਾਇਟੀ ਵਿੱਚ ਪੈ ਗਏ ਹੋ। ਮੰਮਾ ਮੈਂ ਤੁਹਾਨੂੰ ਇਹੋ ਜਿਹਾ ਲੱਗਦਾ? ਦੇਖਿਆ ਮੈਂ ਕਿਹਾ ਸੀ ਨਾ। ਆ ਜੋ ਕੁਝ ਜੇਬਾਂ ਚੋਂ ਨਿਕਲਦੇ ਆ ਨਾ ਉਹ ਪੁੱਛ। ਬੱਚੇ ਤੇ ਵਿਸ਼ਵਾਸ ਕਰਨਾ ਵੀ ਸਿੱਖੋ। ਜਦੋਂ ਉਹ ਕਹਿ ਰਿਹਾ ਹੈ ਹੋ ਸਕਦਾ ਹੈ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੋਵੇ, ਪਰ ਮੈਂ ਇਸ ਨੂੰ ਨਹੀਂ ਸਮਝਾ ਸਕਦੀ। ਤੁਹਾਨੂੰ ਪਤਾ ਪਿਛਲੇ ਸਾਲ ਮੇਰੀ ਕੁਲੀਗ ਦੀ ਬੇਟੀ ਨੇ ਪੋਇਜ਼ਨ ਖਾ ਲਿਆ ਸੀ। ਨਵਾਂ ਤੇਰਾ ਲਾੜ ਪਿਆਰ ਵੀ ਮਿੱਠੇ ਜ਼ਹਿਰ ਤੋਂ ਘੱਟ ਨਹੀਂ ਹੈ। ਤੂੰ ਵੇਖੇਂਗੀ ਕਿ ਤੇਰਾ ਇਹ ਮਿੱਠਾ ਜ਼ਹਿਰ ਇੱਕ ਦਿਨ ਰੋਹਿਤ ਨੂੰ ਲੈ ਡੁੱਬੇਗਾ। ਨਹੀਂ ਤੇ ਇਸ ਦੀ ਕਸੂਰਵਾਰ ਤੂੰ ਹੋਏਂਗੀ। ਸਜ਼ਾ ਤੇਰੇ ਤੋਂ ਵੱਧ ਮੈਂ ਤਾਂ ਤੰਗ ਨਹੀਂ नहीं पीनी फिर तू? जे तू नहीं पीनी तो मैं भी नहीं पीनी। जीना मरना तेरे संग। रोहित, इंसान किन्ने नाल जीन मरण दियां कसमां खांदा है ते किन्ने नाल नहीं बोंदा। जदों मेरा विआह होया मेरे घर वाले ने भी मेरा साथ निभाउण दी सौं खाधी सी। मैं कई बार सोचदी हाँ किसी झूठियां सौं खा के गुरु महाराज नूं क्यों झूठा बोलने। फिर तेरा घर वाला तेनू छड्ड के चला गया? नहीं, मर गया। ਉਹਦੇ ਜਿੰਦੇ ਜੀ ਵੀ ਤੂੰ ਇਹੀ ਧੰਦਾ ਕਰਦੀ ਸੀ? औरत मर्द नालों ज्यादा वफादार होगी। ओदे जींदे जी मैं अपना धर्म निभाया। बीमार होके घर आ गया, अपना सब कुछ बेच के ओदा इलाज कराया। मर गया ते सौरे ने भी घरों कट दिता। एक कहने भी नहीं चलिया। रोहित, जवान औरत होवे जां मर्द, हर एक दे अंदर बालदियां दो अग्गां हमेशा बालन मंगदियां ने। एक भुख ते दूजी दोहां दा इलाज कर ली। आरा फड़िया। ਤੂੰ ਕਦੇ ਕਿਸੇ ਨੂੰ ਪਿਆਰ ਕੀਤਾ? क्यों तेनू प्यार नहीं करती मैं? अपने घर वाले ने जो तक को जिंदा रहा। ਕੰਮ ਕੀ ਕਰਦਾ ਸੀ? सिक्योरिटी फोर्स ਵਿੱਚ ਕੰਮ ਕਰਦਾ ਸੀ। ਹਰ ਵੇਲੇ ਘਰੋਂ ਦੂਰ ਤੇ ਪਤਾ ਨਹੀਂ ਕਿੱਥੇ ਕਿੱਥੇ। ਇਹ ਦੁਨੀਆ ਨਾ ਇੰਜ ਚੱਲਦੀ ਹੈ, ਇੱਕ ਚਲਾ ਜਾਂਦਾ ਹੈ ਤੇ ਦੂਜਾ ਉਹਦੀ ਥਾਂ ਲੈ ਲੈਂਦਾ। ਤੂੰ ਉਸ ਦੀ ਜਗ੍ਹਾ ਲੈ ਲਈ ਹੈ ਤੇ ਹੁਣ ਮੈਂ ਤੈਨੂੰ ਪਿਆਰ ਕਰਦੀ। ਮੈਂ ਸ਼ਾਇਦ ਤੈਨੂੰ ਪਿਆਰ ਨਹੀਂ ਕਰਦਾ।
ਕਿਹਨੂੰ ਕਰਦਾ ਹੈ ਦੱਸੇਗਾ? ਅਜੇ ਨਹੀਂ, ਸਮਾਂ ਆਉਣ ਤੇ। ਹੁਣ ਕੀ ਹੈ ਨਾ, ਤੂੰ ਸਾਨੂੰ ਮੂਰਖ ਸਮਝਦਾ ਹੀ ਹੈ। ਸਿੱਧਾ ਕਹਿਣਾ ਕਿ ਯਾਰੀ ਨਿਭਾਉਂਦਾ ਦਾਮਣੀ ਹੈ ਤੇਰੀ। ਸਾਲਾ ਫੁਕਰਾ ਨਾ ਹੋਵੇ। ਉਹ ਪੈਸੇ ਖਰਚਣ ਤੋਂ ਡਰਦਾ? ਨਹੀਂ ਨਵਲ, ਮੈਨੂੰ ਆਪਣੀ ਮੰਜ਼ਿਲ ਮਿਲ ਗਈ। ਲੱਗਦਾ ਹੁਣ ਤੱਕ ਮੈਂ ਭਟਕਦਾ ਹੀ ਰਿਹਾ। 5 ਸਾਲ ਖੇ ਖਾਣ ਤੋਂ ਬਾਅਦ ਹੁਣ ਸੁਧਰ ਲੱਗਿਆ, ਉਹ ਵੀ ਉਹ ਢੋਲ ਟੱਕਿਆਂ ਦੀ ਸ਼ੈਲੀ ਕਰਕੇ। ਓਏ ਉਹਨੇ ਤੇਰੇ ਅੱਗੇ 20 ਜਾਣਿਆਂ ਨੂੰ ਰਸਤਾ ਦਿਖਾਇਆ। ਰਸਤਾ ਸਮਝਦਾ ਹੈ ਨਾ? ਤੇਰੀ ਮਰਜ਼ੀ। ਉਹ ਚੱਲ ਯਾਰ ਰੋਹਿਤ, ਸ਼ੈਲੀਆਂ ਵੀ ਮਿਲ ਜਾਣਗੀਆਂ ਪਰ ਯਾਰ ਨਹੀਂ ਮਿਲਣੇ। ਤੇ ਮੈਨੂੰ ਸ਼ੈਲੀ ਨਹੀਂ ਮਿਲਣੀ। ਸ਼ੈਲੀ ਬਾय गॉड यार, तेरी सौ। नहीं तो मैं समझांगी मेरे प्यार च कोई कमी है। शैली, जे तू मैनू पहला मिली होंदी तां शायद मैं ड्रग्स नू टच भी ना करदा। तेरे प्यार च इन्नी ताकत है। नहीं, जेड़ा प्यार फिल्मां च दिखांदे ना, वो इस तो भी ज्यादा स्ट्रांग हुंदा है। बुद्धू। रमन होरी कहंदे सी। रमन, माय फुट। आई डैम केयर कि मेरे बारे कौन की बकवास करता है। मैं अपनी जिंदगी उस रमन कुछ के जियोनी है। नो वे, जो दिल करेगा करांगी। चलिए। साले मनु कहते 900 चूहे खा के बिल्ली हज नू चली। इंसान दी सोचना चाहे आखिरी सांस तो पहला बदल जाए। एक ही लॉजिक होया कि एक खास टाइम तो बाद तैनू सुधरन दा हक नहीं रहिंदा। शैली, तू सदा मेरा साथ देवेंगी ना? तू ना बड़ा वहमी है। दस किवें यकीन दवावां? मम्मी बहुत याद करते सी तेनू। कल संडे है, मिलन आएंगी? मम्मी नू मिलन? नहीं, पापा नू मिलन। मम्मी पापा 3 दिन लिए बाहर गए हुए ने। ते फिर गिरीश नू बुला लेना सी। ओदी अपॉइंटमेंट किते हो रहा है, तू आना कि नहीं? ओ नो यार, बिफोर मैरिज कोई नवा पंगा पाएगा। की है यार, तू 21st सेंचुरी दी मॉडर्न कुड़ी है। ओके यार, जे तू इना कंपेल कर रहे हैं पर मेरी बख्शीश? पूरे महीने दी बख्शीश कल इको वारी। ठीक है, बाय 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 बाय। cheat? You promised me to use the condom. कोई नवा पंगा खड़ा करेगा मेरे लिए। यार, मैं की करवा? चल छड़ ना। मॉम डैड दे रूम च पुट्ठे काम करदा। छी। Oh shit, मम्मा का फोन। हाँ जी मम्मा। नहीं मम्मा, प्रीति दे घर। नहीं मम्मा, मम्मा एक्चुअली ना मैं उधर निकल चुकी हूँ। ओके मम्मा, मम्मा आई एम कमिंग। बाय 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 मम्मा बाय। देख किन्ने झूठ बोलने पैंदे तेरे ਲਈ। रोहित, मैं जावा हुन। ਹੁਣ तक तो तेन वैसे भी चले जाना चाहिए। यू देख, मैं दोबारा नहीं आना, कदे भी नहीं आना। ए रोहित,
ਹੋਰ ਕਿੱਥੇ ਜਾਣਾ ਮੈਂ? ਹੁਣ ਤੇ ਇਹੀ ਮੇਰਾ ਘਰ ਬਣਿਆ ਨਾ। ਰੋਹਿਤ, बड़े सुपने सजा रखे हैं। तेनू इन्ना प्यार देंगी, इन्ना प्यार देंगी। चल हुन अखा बंद कर। क्यों? कर ना। खोल हुन। देख रोहित, जो लोग समय की कदर नहीं करते ना, समा उन्हां दी कदर नहीं करता। कदे भी समय दे सच तो अखा बंद करके चलने की गलती ना करी। हुन तू ही मेरा सब कुछ है। देख, मैनू कदे धोखा ना दे। मैं अपना बिजनेस स्टार्ट कर लिया यार, ਹੁਣ ਅਸੀਂ ਦੋਨੇ ਵਿਆਹ ਕਰਾਵਾਂਗੇ। ਤੁਸੀਂ ਇੰਨੀ ਰਾਤ ਨੂੰ ਇੱਥੇ ਕਿਹਨੂੰ ਲੱਭਦੇ ਹੋ? ਰੋਹਿਤ, ਬਸੰਤੀ ਮਰ ਗਈ ਯਾਰ। ਉਹਨੂੰ ਏਡਸ ਸੀ ਯਾਰ। ਆਪਾਂ ਸਾਰੇ ਵੀ ਮਰਾਂਗੇ ਯਾਰ। ਸਾਰੇ? ਪਰ ਮੈਂ ਤਾਂ ਉਸ ਨੂੰ ਟੱਚ ਵੀ ਨਹੀਂ। ਡਰੱਗਸ ਲਈ ਸਿਰਿੰਜ ਤਾਂ ਇੱਕ ਹੀ ਯੂਜ਼ ਕਰਦੇ ਸੀ ਨਾ। ਮੈਨੂੰ ਕੁਝ ਨਹੀਂ ਹੋ ਸਕਦਾ। ਰਮਨ, ਰੋਹਿਤ, ਨਵਲ, ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਬਿਮਾਰੀ ਹੋ ਸਕਦੀ ਹੈ? ਤੁਸੀਂ ਬੋਲਦੇ ਕਿਉਂ ਨਹੀਂ? ਮੈਨੂੰ ਪਤਾ ਤੁਸੀਂ ਮੈਨੂੰ ਜਾਣ ਕੇ ਮੇਰੀ ਬਰਬਾਦੀ ਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਹੋ। ਬਸੰਤੀ ਨੂੰ ਉਹਦੇ ਹਸਬੰਡ ਨੇ ਬਰਬਾਦ ਕੀਤਾ। ਸਾਨੂੰ ਬਸੰਤੀ ਨੇ ਤੇ ਅਸੀਂ ਇਹਨੂੰ ਬਰਬਾਦ ਕੀਤਾ। ਇਹਨੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੂੰ ਬਰਬਾਦ ਕੀਤਾ ਹੋਣਾ। ਤੇ ਸ਼ੈਲੀ,
गया आंटी, रोहित ਨੂੰ होश आ गया। कोई बुरा सपना देख रहे सी ना? यार मैं ही हाँ, तेरी शैली। भगवान ने मेरी सुन ली, मेरे पुत्र ਨੂੰ होश आ गई। शैली तू ਇਹਦਾ ਧਿਆਨ ਰੱਖੀ बेटा। मैं हुणे आई, मैं मंदिर मत्था टेक के आनी हाँ, ठीक है? मैं हुणे आई। शैली क्या यार, बुखार ने मैं भी भुला दी। तेरी शैली आ यार की गल, इन्ने दिन कॉलेज भी नहीं आया और फोन भी स्विच ऑफ। बुखार च भी शैली शैली करदा सी। डॉक्टर ने कहा मिल के ठीक हो जाना है। देख उतर गया ना बुखार। की हो गया तेनू? देख तेरे साह नाल मेरे दिल दी धड़कन चलदी है। जे इंच नजरां चुराउण लगा ना तो मैं कुछ खा के मर जाऊंगी। सुन सकेंगी? सुनन दी हिम्मत है तेरे च? मैं चाहिए पॉजिटिव हो चुका। रोहित मजाक कर दे, मजाक कर दे ना। ये मजाक नहीं है शैली, ये मजाक नहीं है। मजाक तो किस्मत ने साडे नाल कीता। नहीं रोहित, रोहित एक बार कह दे, एक बार कह दे झूठ है, प्लीज प्लीज। नहीं कह सकता शैली, नहीं कह सकता। चली चली बेटा तुसी फिर की फैसला लिया? शैली बेटा नहीं मामा मैं प्लीज नहीं कर सकता।
क्यों नहीं कुछ बोलते? की बोला कहने वचे की है अज महसूस होता है कि सुख सहूलतां देने की बजाय ਅਸੀਂ ਤੁਹਾਨੂੰ ਟਾਈਮ ਦਿੰਦੇ ਪਰ ਜੋ ਬਚ ਗਿਆ ਉਹਨੂੰ ਉਜੜਨ ਨਹੀਂ ਦੇਵਾਂਗੇ यही समझो कि जिन्नी बच गई वही जिंदगी है जिंदगी का तो एक पल ही बहुत है बहुत ਅਸੀਂ ਤੁਹਾਡਾ ਵਿਆਹ ਕਰਾਂਗੇ ਅਸੀਂ ਵਿਆਹ ਨਹੀਂ ਕਰਾਵਾਂਗੇ ਡੈਡ ਰੋਹਿਤ ਸਾਡੀ ਆਪਣੀ ਜ਼ਿੰਦਗੀ ਪਤਾ ਨਹੀਂ ਕਿੰਨੀ ਕੁ ਬਚੀ ਹੈ ਬੱਚਿਆਂ ਨੂੰ ਕਿਸ ਦੇ ਸਹਾਰੇ ਛੱਡ ਕੇ ਮਰਾਂਗੇ ਅਸੀਂ ਸਮਾਜ ਨੂੰ ਕੀ ਦੇ ਕੇ ਜਾਵਾਂਗੇ HIV ਪੋਜ਼ਿਟਿਵ ਬੱਚੇ ਜੋ ਪੈਦਾ ਹੁੰਦੇ ਹੀ ਸਮਾਜ ਤੇ ਬੋਝ ਹੋਣਗੇ मम्मा मम्मा मां दी ममता का सबक तुसी मैनू सिखाया सी ना तुसी गुलाब लगाने हो महक लैने ते जे उसते फूल नहीं खिड़न नहीं दोगे तां कंडियाला बूटा की मायने रखदा है तुसी दस्या सी ना मम्मा कि मैरिज का मकसद इस दुनिया इस समाज को अगे बढ़ाने दा सभ्य ढंग हुंदा है मम्मा लोगों ने सेक्स नू एक मनोरंजन का साधन क्यों बना के रख दिता सॉरी मम्मा मैं नहीं कर सकूंगी शैली बेटे नहीं अंकल पता नहीं इस तो बाद में कुछ खेल नहीं रहना भी है या नहीं मम्मा कदे तोड़े कहने तो बाहर तो नहीं गई फिर तुसी मैनू मॉडर्निज्म दे ना हेठ वेस्टर्न कल्चर दा सबक क्यों पढ़ाया जिन्ना जोर सानू सेफ सेक्स दी टंग दसन ते लगाया उन्नी मेहनत साडा कल्चर समझाउण ते क्यों नहीं कीती मामा एक बार ते दस्या हुंदा मामा मैनू एक बार ते दस्या हुंदा जिंदगी समझौतियां दा ना है बेटा दुनिया वाल देखो मैं जिंदगी दा बोझ ढोने पैदा नहीं हुई मैं रोहित शैली रोहित शैली शैली हेलो एम्बुलेंस ਤੁਸੀਂ ਉਸ ਬੇਬੀ ਸ਼ੈਲੀ ਹਾਂ ਸ਼ੈਲੀ ਨਾਲ ਹੋ ਹਾਂਜੀ ਹਾਂ ਮਿਲ ਲਓ ਇੱਕ ਵਾਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਆਈ ਐਮ ਟ੍ਰਾਈਂਗ ਮਾਈ ਬੈਸਟ ਪਰ ਉਸਦਾ ਬੀਪੀ ਤੇ ਪਲਸ ਡਿੱਗਦਾ ਜਾ ਰਿਹਾ ਹੈ
देख ले रोहित, किस्मत ने साडे नाल कितना बड़ा मजाक किया। तू पॉइजन क्यों लई? और की कर दी, मैं कुट के नहीं जी सकती रोहित। तेरे तो बिना मेरा इस जिंदगी च रह ही नहीं जाना। मैं भी तेरे पीछे ही। नहीं रोहित, सुसाइड नहीं करेगा। देख, जे तू मौत दरवाजे पे खड़ी दस्तक दे रही है तो मेरा जी नू जी कर रहा है। मैं मरना नहीं चाहती रोहित। मैं तेनू कहती सी ना कि इंसान चाहे मौत तो एक पल पहला अपनी सोच बदले तो लागू करना हाथ से नहीं रहा। पर तू चिंता न कर, मैं तेरे साथ बस के जी लांगे रोहित। रोहित यार, मैं तेरे लिए इतना कुछ किया, मेरी बख्शीश। शैली, शैली, डॉक्टर, डॉक्टर। ले, मैं ड्यूटी खत्म करके आ गई। चल लॉन्च चलिए। ए शैली, देख बाहर कितना सोहना मौसम है। नहीं सिस्टर, मेरा किते जान नू कुछ करन नू दिल नहीं करदा। मैं शैली, ਅਸੀਂ ਪਾਣੀ ਨੂੰ ਪਵਿੱਤਰ ਮੰਨ ਕੇ ਪੂਜਦੇ ਆ ਨਾ, ਪਰ ਯਾਦ ਰੱਖੀ ਖੜਾ ਖੜਾ ਪਾਣੀ ਵੀ ਗੰਦਾ ਹੋ ਜਾਂਦਾ। ਨਾਲੇ ਜ਼ਿੰਦਗੀ ਕੋਈ ਬੋਝ ਨਹੀਂ ਹੈ ਜਿਸ ਨੂੰ ਮਜਬੂਰੀ 'ਚ ਢੋਇਆ ਜਾਏ। ਚੱਲ ਆ ਨਾ। जी मोना सिस्टर। कली दे फुल बन के खिड़न ਲਈ ਵੱਡਾ ਗਾਰਡਨ ਕੋਈ ਜ਼ਰੂਰੀ ਨਹੀਂ ਹੁੰਦਾ। ਦੇਖ, ਜ਼ਿੰਦਗੀ ਇੱਕ ਗਮਲੇ ਵਿੱਚ ਹੀ ਮੁਸਕਰਾਉਣਾ ਜਾਣਦੀ ਹੈ। तुसी मैनू क्यों बचाया दीदी? मेरे लिए सब कुछ खत्म हो चुका है, तबाह हो चुके हैं। खुद सवाल करके उसका जवाब देना ते उन्हें जस्टिफाई करना कई बार इंसान लिए बहुत घातक सिद्ध होता है। शैली, सुख दुख जिंदगी के दो पहलू ने। जरूरी नहीं है कि सारी जिंदगी तुहानू सुख ही मिलता रहे, ते भी जरूरी नहीं है कि सारी जिंदगी तुहानू दुख मिलता रहे। चल उत्थे बैठते हैं ते मैं तेनू अज अपने बारे दसदी हाँ। थोड़ा जा ध्यान नाल। हाँ, वेरी गुड। बैठ। दो भरावां दी इकलौती भैन, अरेंज मैरिज हुई। आई बिकेम प्रेगनेंट। लैब टेस्ट तो HIV पॉजिटिव होने का पता लगा तो हर इल्ज़ाम मेरे ते मार दिता गया। पर सच्चाई सामने आ गई। मैं पेरेंट्स को जाके रोई कि तुसी टेवे मिलाए, तुसी मुहूर्त कढवाया, तुसी उसकी फाइनैंशियल कंडीशन की जानकारी ली, पर की जिस नाल मैं जिंदगी गुजारनी सी तुसी उसके बारे पता कीता कि वो की है,
ਉਹਦੀਆਂ ਆਦਤਾਂ ਕੀ ਨੇ। ਸ਼ੈਲੀ, ਪੇਰੈਂਟਸ ਵੀ ਕੀ ਕਰ ਸਕਦੇ ਸੀ। ਸਾਡੇ ਲਈ ਤਾਂ HIV ਟਰੱਕ ਡਰਾਈਵਰ, ਸੈਕਸ ਵਰਕਰ ਜਾਂ ਫਿਰ ਨਸ਼ੇੜੀਆਂ ਤੱਕ ਹੀ ਸੀਮਤ ਸੀ। ਇਹ ਇਹਨਾਂ ਸਾਰੀਆਂ ਹੱਦਾਂ ਨੂੰ ਪਾਰ ਕਰਕੇ ਸਾਡੇ ਘਰਾਂ ਤੱਕ ਪਹੁੰਚ ਜਾਏਗੀ, ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ। ਇਸ ਸੱਚਾਈ ਤੋਂ ਮੂੰਹ ਲੁਕਾਉਂਦਾ ਮੇਰਾ ਪਤੀ ਪਰਮੇਸ਼ਵਰ ਮੈਨੂੰ ਛੱਡ ਕੇ ਚਲਾ ਗਿਆ ਤੇ ਉਸ ਦੀ ਕੋਈ ਉਗ ਸੁਗ ਨਹੀਂ ਮਿਲੀ। ਪੇਰੈਂਟਸ ਦੀ ਤਾਂ ਮੈਂ ਪਹਿਲਾਂ ਹੀ ਬੇਗਾਨੀ ਹੋ ਚੁੱਕੀ ਸੀ, ਹੁਣ ਸਹੁਰਿਆਂ ਨੇ ਵੀ ਪੱਲਾ ਛੁਡਾ ਲਿਆ। ਭਰੀ ਦੁਨੀਆ ਦੇ ਵਿੱਚ ਮੈਂ ਇਕੱਲੀ ਰਹਿ ਗਈ। ਇੱਕ ਦਿਨ ਮੈਂ ਡੁੱਬਦੇ ਸੂਰਜ ਨੂੰ ਵੇਖ ਕੇ ਸੋਚਣ ਲੱਗੀ ਕਿ ਜਦ ਇਨਸਾਨ ਦੇ ਮੁਕੱਦਰ ਦਾ ਸੂਰਜ ਡੁੱਬਦਾ ਤਾਂ ਉਸਦੇ ਆਪਣੇ ਵੀ ਅਸਮਾਨ ਵਾਂਗ ਰੰਗ ਬਦਲ ਜਾਂਦੇ ਨੇ। ਮੈਨੂੰ ਲੱਗਾ ਇਸ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਪਰ ਅੰਦਰੋਂ ਆਵਾਜ਼ ਆਈ, ਜਦੋਂ ਸਵੇਰ ਨੂੰ ਮੁੜ ਸੂਰਜ ਚੜ੍ਹਦਾ ਤਾਂ ਆਸਮਾਨ ਉਹਨਾਂ ਰੰਗਾਂ ਨਾਲ ਹੀ ਉਸ ਦਾ ਸਵਾਗਤ ਕਰਦਾ। ਸ਼ਾਮ ਦੇ ਰੰਗ ਉਦਾਸ ਲੱਗਦੇ ਨੇ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਸੂਰਜ ਡੁੱਬ ਰਿਹਾ, ਤੇ ਸਵੇਰ ਦੇ ਰੰਗ ਚੰਚਲ ਸ਼ੋਖ ਲੱਗਦੇ ਨੇ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਸੂਰਜ ਚੜ੍ਹ ਰਿਹਾ। मैं जियांगी, अपने बच्चे लिए जियांगी। Then I decided to live. मैं अपने बच्चे लिए जीण दा फैसला किया, पर मैनू ये समझ नहीं आ रही सी कि मैं इस उलझी ताने नू सुलझाना शुरू कित्थों करा। ਵੈਲ ਡਨ ਮੋਨਾ, ਯੂ ਆਰ ਬ੍ਰੇਵ। ਵੈਸੇ ਅਸੀਂ ਹਰ ਪ੍ਰੈਗਨੈਂਟ ਔਰਤ ਨੂੰ HIV ਟੈਸਟ ਕਰਾਉਣ ਲਈ ਕਹਿੰਦੇ ਆ ਤਾਂ ਜੋ ਸਾਡਾ ਭਵਿੱਖ ਜਾਣੇ ਅਣਜਾਣੇ 'ਚ ਬਰਬਾਦੀ ਵੱਲ ਨਾ ਵਧੇ। ਪਰ ਡਾਕਟਰ, ਇਹ ਇਨਫੈਕਸ਼ਨ ਮੇਰੇ ਬੱਚੇ ਨੂੰ ਤਾਂ ਨਹੀਂ? ਮੋਨਾ ਜੀ, ਨਾਰਮਲੀ ਇੱਕ ਗਰਭਵਤੀ ਮਾਂ ਤੋਂ ਬੱਚੇ ਨੂੰ ਇਨਫੈਕਸ਼ਨ ਹੋਣ ਦੇ 20 ਤੋਂ 40% ਚਾਂਸਸ ਹੁੰਦੇ ਨੇ। ਐਂਟੀ ਰੈਟਰੋਵਾਇਰਲ ਟ੍ਰੀਟਮੈਂਟ ਤੋਂ ਬਾਅਦ ਇਹ ਸਿਰਫ 8% ਹੀ ਰਹਿ ਜਾਂਦੇ ਨੇ। ਪਰ ਡਾਕਟਰ, ਇਸ ਵਾਸਤੇ ਮੈਨੂੰ ਕੀ ਕਰਨਾ ਪਏਗਾ? ਕੋਈ ਖਾਸ ਨਹੀਂ, ਬਸ ਰੈਗੂਲਰ ਚੈੱਕਅਪ ਕਰਾਉਂਦੇ ਰਹੋ, ਚੰਗੀ ਖੁਰਾਕ ਲਓ ਤੇ ਆਪਣੀ ਸਿਹਤ ਦਾ ਧਿਆਨ ਰੱਖੋ। ਮੋਨਾ, ਜਨਨ ਅੰਗਾਂ ਦੇ ਬਾਹਰੀ ਹਿੱਸੇ HIV ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ, ਇਸ ਲਈ ਨਾਰਮਲ ਡਿਲੀਵਰੀ ਦੌਰਾਨ ਬੱਚੇ ਨੂੰ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ। ਬੱਚੇ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਿਜ਼ੇਰੀਅਨ ਆਪਰੇਸ਼ਨ ਬੈਸਟ ਤੇ ਸੇਫ ਢੰਗ ਹੈ। ਡਾਕਟਰ, ਮੈਂ ਇਸ ਵਾਸਤੇ ਮੈਂਟਲੀ ਬਿਲਕੁਲ ਵੀ ਨਹੀਂ, ਬਸ ਡਿਲੀਵਰੀ ਤੋਂ ਪਹਿਲਾਂ ਤੁਹਾਨੂੰ ਮੈਡੀਸਿਨ ਦਿੱਤੀ ਜਾਏਗੀ ਤੇ ਬੱਚੇ ਨੂੰ ਜਨਮ ਤੋਂ 24 ਘੰਟੇ ਦੇ ਅੰਦਰ ਅੰਦਰ ਇੱਕ ਸਿਰਪ ਦਿੱਤਾ ਜਾਏਗਾ। ਵਾਹਿਗੁਰੂ ਕਰੇ ਤੁਹਾਡਾ ਬੱਚਾ ਸਦਾ ਤੰਦਰੁਸਤ ਰਹੇ। ਥੈਂਕ ਯੂ ਡਾਕਟਰ, ਥੈਂਕ ਯੂ ਵੈਰੀ ਮਚ, ਥੈਂਕਸ ਅਗੇਨ। ਵੇਖ ਲੈ ਸ਼ੈਲੀ, ਮੇਰੀ ਬੇਟੀ HIV ਤੋਂ ਮੁਕਤ ਹੈ। ਮੈਂ ਚੰਗੀ ਡਾਈਟ ਲੈਂਦੀ ਆ, ਜ਼ਰੂਰੀ ਦਵਾਈਆਂ ਵੀ ਲੈਂਦੀ ਆ, ਹਰ ਵੇਲੇ ਖੁਸ਼ ਰਹਿੰਦੀ ਆ ਤੇ ਕੋਈ ਵੀ ਬਿਮਾਰੀ ਮੇਰੇ ਲਾਗੇ ਨਹੀਂ ਆਉਂਦੀ। ਸ਼ੈਲੀ, HIV ਪੋਜ਼ਿਟਿਵ ਹੋਣ ਦੇ ਨਾਲ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਜ਼ਰੂਰ ਘਟਦੀ ਹੈ, ਪਰ ਉਸ ਨੂੰ ਘਟਣ ਦੇਣਾ ਜਾਂ ਨਾ ਘਟਣ ਦੇਣਾ ਬਹੁਤ ਹੱਦ ਤੱਕ ਇਨਸਾਨ ਦੇ ਆਪਣੇ ਹੱਥ ਵਿੱਚ ਹੁੰਦਾ। ਤੂੰ ਦੇਖੀ, ਮੈਂ ਬਹੁਤ ਲੰਬੀ ਜ਼ਿੰਦਗੀ ਜੀਵਾਂਗੀ ਤੇ ਬਹੁਤ ਵਧੀਆ ਜ਼ਿੰਦਗੀ ਜੀਵਾਂਗੀ। ਮੈਂ ਉਹਨਾਂ ਉਲਝਣਾਂ ਭਰੇ ਸਮੇਂ ਦੇ ਵਿੱਚ ਇਕੱਲੀ ਡਟ ਗਈ ਤੇ ਜਿੱਤ ਗਈ। ਤੁਸੀਂ ਤਾਂ ਦੋ ਜਣੇ ਹੋ, ਤੁਹਾਡੇ ਮਾਂ-ਬਾਪ ਤੁਹਾਡੇ ਨਾਲ ਨੇ, ਮੈਂ ਤੁਹਾਡੇ ਨਾਲ ਆ, ਫਿਰ ਤੁਸੀਂ ਕਾਹਦੀ ਫਿਕਰ ਕਰਦੇ ਹੋ ਸ਼ੈਲੀ? मैं जियांगी, मैं जियांगी। हाँ, तू जिएगी, तू इस जिंदगी जितेंगी भी जरूर शैली, जरूर जितेंगी। रोहित, मैं जियांगी रोहित, ऐसे दो में जियांगी लंबी जिंदगी। ये सारे सपने, सारे अरमान पूरे होने। भी जो मैंने पहला पता होंदा तो सुसाइड करने की कभी कोशिश नहीं की। मैं जानती हूँ भी सानू की करना पेगा, कित्थे जाना पेगा, तुसी सानू दसोगे ना? हाँ हाँ, मैं जरूर दसांगी। रोहित,
ਪਹਿਲਾਂ ਮੈਨੂੰ ਦੱਸੋ ਕਿ ਤੁਹਾਡਾ HIV ਟੈਸਟ ਹੋ ਚੁੱਕਾ ਹੈ? ਪੋਜ਼ਿਟਿਵ ਹੈ। ਫਿਰ ਤਾਂ ਸ਼ੈਲੀ ਤੁਹਾਨੂੰ ਇਮਿਊਨੋ ਡੈਫੀਸ਼ੀਐਂਸੀ ਕਲੀਨਿਕ ਤੋਂ ਆਪਣਾ ਟ੍ਰੀਟਮੈਂਟ ਸ਼ੁਰੂ ਕਰਨਾ ਪਏਗਾ। बड़ा प्यारा बच्चा है। पर तुसी इनू इत्थे क्यों लेके आए हो? तैनू पता है ना? हाँ मैनू पता है, ताइयों लेके आई हूँ। की थोड़े आई मीन आई एम सॉरी पर किवें? ਇਹਨੂੰ ਹਫਤੇ 10 ਦਿਨ ਬਾਅਦ ਖੂਨ ਚੜਾਉਣਾ ਪੈਂਦਾ। ਖੂਨ ਚੜਾ ਲਿਆ ਜੋ ਕਿ ਟੈਸਟ ਨਹੀਂ ਕੀਤਾ ਹੋਇਆ ਸੀ। ਪਤਾ ਨਹੀਂ ਕਿੰਨੇ ਦਿਨ ਦਾ ਮਹਿਮਾਨ ਹੈ, ਜਿੰਨੇ ਪਲ ਵੀ ਇਕੱਠੇ ਰਹਿ ਸਕੇ। रोहित शैली की हाल है? बेटा बच्चा किथे हौसला रख, हौसला हौसला रख, बस चुप चुप मेरी धी। ਕਿਵੇਂ ਹੌਸਲਾ ਰੱਖਾਂ? ਮੇਰੇ ਬੱਚੇ ਦਾ ਕਸੂਰ ਇਸ ਦੁਨੀਆ ਵਿੱਚ ਬਹੁਤ ਲੋਕ ਨੇ ਜੋ ਕਿਸੇ ਦੇ ਕਸੂਰ ਦੀ ਸਜ਼ਾ ਭੁਗਤਦੇ ਨੇ। ਹਾਂ ਦੀਦੀ ਹੁਣ ਤੱਕ ਅੰਦਰੇ ਅੰਦਰ ਘੁੱਟ ਕੇ ਮਰਦੀ ਆ ਰਹੀ ਹਾਂ। वेलकम टू एडिस क्लब बेबी। ਉਹਨੇ ਦੋਸਤ ਬਣ ਕੇ ਮੇਰੇ ਨਾਲ ਧੋਖਾ ਕੀਤਾ, ਵਿਸ਼ਵਾਸਘਾਤ ਕੀਤਾ। ਹੁਣ ਉਹ ਇਸ ਟਾਈਮ ਜੇਲ੍ਹ ਵਿੱਚ ਆ ਤੇ ਸਾਡੇ ਆਪਣੇ ਮੇਰੇ ਨਾਲ ਦੁੱਖ ਤਾਂ ਕੀ ਸਾਂਝਾ ਕਰਨਾ ਸੀ, ਸਗੋਂ ਮੈਨੂੰ ਕਸੂਰਵਾਰ ਠਹਿਰਨਾ। ਤੇ ਇੱਥੇ ਵੀ ਸਾਰੇ ਚੁੱਪ, ਜਿੱਦਾਂ ਆਪਣੀ ਬਿਮਾਰੀ ਲਈ ਇੱਕ ਦੂਜੇ ਨੂੰ ਕਸੂਰਵਾਰ ਸਮਝਦੇ ਹੋਣ। ਤੁਸੀਂ ਤਾਂ ਸਾਰੇ ਸੂਲੀ ਤੇ ਟੰਗੇ ਹੋਏ ਹੋ, ਕਮ ਸੇ ਕਮ ਤੁਸੀਂ ਤਾਂ ਇੱਕ ਦੂਸਰੇ ਦੇ ਦੁੱਖ ਵੰਡਾਓ। बस बेटे बस, ਅਸੀਂ ਸਾਰੇ ਦੂਜਿਆਂ ਦੇ ਪਾਪਾਂ ਦੀ ਸਜ਼ਾ ਭੁਗਤ ਰਹੇ ਹਾਂ। ਮੇਰਾ ਕਸੂਰ ਬਸ ਇੰਨਾ ਹੀ ਸੀ ਕਿ ਮੈਂ ਮੇਲੇ 'ਚੋਂ ਆਪਣੀ ਬਾਂਹ ਤੇ ਟੈਟੂ ਬਣਵਾ ਲਿਆ ਤੇ ਦੂਜੇ ਦੇ ਖੂਨ ਦੀ ਬਿਮਾਰੀ ਮੇਰੇ ਖੂਨ 'ਚ ਆ ਗਈ। ਪਤਾ ਲੱਗਣ ਦੀ ਦੇਰ ਸੀ ਕਿ ਮੈਂ HIV ਪੋਜ਼ਿਟਿਵ ਹੋ ਗਿਆ। ਸਭ ਆਪਣੇ ਬੇਗਾਨੇ ਹੋ ਗਏ ਤੇ ਇੰਜ ਨਫ਼ਰਤ ਕਰਨ ਲੱਗ ਪਏ ਜਿਵੇਂ ਮੈਂ ਕੋਈ ਅਪਰਾਧੀ ਹੋਵਾਂ, ਕੋਈ ਪਾਗਲ ਕੁੱਤਾ ਹੋਵਾਂ ਕਿ ਰਾਹ ਜਾਂਦਿਆਂ ਨੂੰ ਕੱਟ ਲਵਾਂਗਾ। ਜ਼ਿੰਦਗੀ ਤੋਂ ਨਾਰਾਜ਼ ਹੋਇਆ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਪਰ ਮੈਂ ਇਸ ਡਰੋਂ ਸਾਲਾਂ ਤੱਕ ਇਹ ਬਿਮਾਰੀ ਨੂੰ ਛੁਪਾਉਂਦਾ ਰਿਹਾ, ਪਰ ਜਾਣੇ ਅਣਜਾਣੇ ਵਿੱਚ ਪਤਾ ਨਹੀਂ ਕਿੰਨੇ ਕੁ ਨੂੰ ਮੇਰੇ ਤੋਂ ਲੱਗ ਗਈ। ਜੇ ਮੈਨੂੰ ਲੋਕਾਂ ਤੋਂ ਜਰਾ ਵੀ ਹਮਦਰਦੀ ਦੀ ਆਸ ਹੁੰਦੀ ਤਾਂ ਮੈਂ ਇਸ ਬਿਮਾਰੀ ਨੂੰ ਕਦੇ ਨਾ ਛੁਪਾਉਂਦਾ। ਪਰ ਇਹ ਕੌੜਾ ਸੱਚ ਹੈ ਕਿ HIV ਨੂੰ ਫੈਲਾਉਣ ਦਾ ਸਭ ਤੋਂ ਵੱਡਾ ਕਾਰਨ ਸਾਡਾ ਇਸ ਨੂੰ ਛੁਪਾਉਣਾ ਹੈ ਤੇ ਇਸ ਦੇ ਲਈ ਸਾਡੀ ਸੋਸਾਇਟੀ ਦੀ ਨੈਗੇਟਿਵ ਅਪਰੋਚ ਜ਼ਿੰਮੇਵਾਰ ਹੈ।
ਮੰਜ਼ਿਲ ਤੋਂ ਅੱਗੇ। ਅੱਛਾ ਜੀ, ਮੰਜ਼ਿਲ ਤੋਂ ਅੱਗੇ ਜਾਣ ਦੇ ਸੁਪਨੇ ਦੇਖੇ ਜਾ ਰਹੇ ਨੇ, ਪਰ ਪਹਿਲਾਂ ਆਪਣੀ ਮੰਜ਼ਿਲ ਤੇ ਤਾਂ ਪਹੁੰਚ ਲਓ ਮੇਰੀ ਸਰਕਾਰ ਜੀ। ਸ਼ੈਲੀ, ਤੈਨੂੰ ਨਹੀਂ ਲੱਗਦਾ ਕਿ ਇੱਕ ਹੀ ਮੰਜ਼ਿਲ ਦੀ ਤਲਾਸ਼ 'ਚ ਅਸੀਂ ਇੱਕ ਦੂਜੇ ਤੋਂ ਲੁਕਦੇ ਇਕੱਲੇ ਇਕੱਲੇ ਭਟਕ ਰਹੇ ਹਾਂ? ਸੱਚ ਦਾ ਸਾਹਮਣਾ ਕਰਨ ਦੀ ਬਜਾਏ ਅਸੀਂ ਆਪਣੇ ਪਰਛਾਵੇਂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਸਾਡੀ ਮੰਜ਼ਿਲ ਸਾਡਾ ਸਵਾਰਥ ਹੁੰਦੀ ਹੈ। ਜੇ ਇਹ ਮੰਜ਼ਿਲ ਨਾ ਮਿਲੇ ਤਾਂ ਇੰਜ ਲੱਗਦਾ ਹੈ ਜਿਵੇਂ ਸਭ ਕੁਝ ਤਬਾਹ ਹੋ ਗਿਆ, ਖਤਮ ਹੋ ਗਿਆ। ਅੱਛਾ, ਕਿਉਂਕਿ ਇਹ ਮੰਜ਼ਿਲ ਘਰ ਦੀ ਚਾਰ ਦੀਵਾਰੀ, ਇਸ ਦੀ ਛੱਤ ਵਾਂਗ ਸਾਨੂੰ ਨਿੱਜੀ ਦੁਨੀਆ ਦਿੰਦੀ ਹੈ, ਸੁਰੱਖਿਆ ਦਿੰਦੀ ਹੈ, ਸੈਟੀਸਫੈਕਸ਼ਨ ਦਿੰਦੀ ਹੈ। ਏ ਕੀ ਹੋ ਗਿਆ? ਹਾਂ ਸ਼ੈਲੀ, ਜੇ ਹਰ ਕੋਈ ਨਿੱਜੀ ਚਾਰ ਦੀਵਾਰੀ 'ਚ ਕੈਦ ਹੋ ਕੇ ਰਹਿ ਜਾਂਦਾ ਤਾਂ ਇਨਸਾਨ ਕਦੇ ਅਸਮਾਨ 'ਚ ਨਾ ਉੱਡਦਾ, ਚੰਨ ਤੇ ਪੈਰ ਨਾ ਰੱਖ ਸਕਦਾ, ਸਾਗਰ ਦੀਆਂ ਗਹਿਰਾਈਆਂ ਨਾ ਮਾਪ ਪਾਉਂਦਾ, ਦੁਨੀਆ ਕਦੇ ਇਹ ਨਾ ਹੁੰਦੀ ਜੋ ਅੱਜ ਹੈ। ਅੱਜ ਆਪਣੇ ਸਵਾਰਥ ਤੋਂ ਉੱਪਰ ਉੱਠਣ ਦਾ ਸਮਾਂ ਆ ਗਿਆ ਸ਼ੈਲੀ। ਜੇ ਆਪਾਂ ਅੱਜ ਵੀ ਨਾ ਉੱਠ ਪਾਏ ਤਾਂ ਫਿਰ ਕਦੇ ਵੀ ਨਹੀਂ ਉੱਠ ਪਾਵਾਂਗੇ। ਸਾਨੂੰ ਇਕੱਠੇ ਹੋ ਕੇ ਇਹਨਾਂ ਹਾਲਾਤਾਂ ਨੂੰ ਫੇਸ ਕਰਨਾ ਪਵੇਗਾ। ਸਾਨੂੰ ਇਹ ਪਹਿਲ ਕਰਨੀ ਪਵੇਗੀ। ਅਸੀਂ ਖੁਦ ਆਪਣੇ ਆਪ ਨਾਲ ਖੜੇ ਹੋਵਾਂਗੇ ਤੇ ਸਾਰਾ ਸਮਾਜ ਸਾਡੇ ਨਾਲ ਤੁਰ ਪਵੇਗਾ। ਰੋਹਿਤ, ਆਓ ਇਹ ਪਹਿਲ ਕਰੀਏ ਅੱਜ ਹੀ, ਹੁਣੇ ਹੀ। ਪਹਿਲ ਕੀਤੀ। ਜ਼ਿੰਦਗੀ ਸਾਡੇ ਲਈ ਇੱਕ ਮਕਸਦ, ਇੱਕ ਮਨੋਰਥ ਬਣ ਗਈ। HIV AIDS ਪੀੜਿਤ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਉਣਾ, ਤਾਂ ਜੋ ਆਪਣੀਆਂ ਦੀਆਂ ਗਲਤੀਆਂ ਦਾ ਸ਼ਿਕਾਰ ਹੋ ਕੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਲੋਕ ਵੀ ਆਮ ਇਨਸਾਨ ਵਾਂਗ ਜੀ ਸਕਣ। ਤੇ ਅੱਜ ਅਸੀਂ ਉਹਨਾਂ ਬੇਸਹਾਰਾ ਬੱਚਿਆਂ ਦੀ ਸੰਭਾਲ ਲਈ ਸੰਸਥਾ ਬਣਾਉਣ ਵਿੱਚ ਜੁਟੇ ਹਾਂ, ਜਿਨ੍ਹਾਂ ਦੇ ਮਾਂ-ਬਾਪ ਇਸ ਨਾਮੁਰਾਦ ਬਿਮਾਰੀ ਦੀ ਭੇਟ ਚੜ੍ਹ ਗਏ। HIV AIDS ਦਾ ਮਰੀਜ਼ ਸਰੀਰਕ ਤੌਰ ਤੇ ਤਾਂ ਟੁੱਟਿਆ ਹੁੰਦਾ ਹੀ ਹੈ, ਪਰ ਉਸ ਦਾ ਮਜ਼ਾਕ ਉਡਾ ਕੇ, ਉਸ ਨੂੰ ਜ਼ਲੀਲ ਕਰਕੇ ਤੇ ਉਸ ਨਾਲ ਸਭ ਰਿਸ਼ਤੇ ਨਾਤੇ ਤੋੜ ਕੇ ਅਸੀਂ ਉਸ ਨੂੰ ਮਾਨਸਿਕ ਤੌਰ ਤੇ ਵੀ ਤੋੜ ਦਿੰਦੇ ਹਾਂ। ਆਓ ਸਮਾਜ ਵਿੱਚ ਅਜਿਹਾ ਮਾਹੌਲ ਸਿਰਜੀਏ ਅਜਿਹੀ ਅਵੇਅਰਨੈਸ ਲਿਆਈਏ ਕਿ ਇਹ ਬਿਮਾਰੀ ਆਪਣੀ ਮੌਤ ਆਪੇ ਹੀ ਮਰ ਜਾਏ।